राजकोट अग्निकांड ਦੇ ਵਿੱਚ ਹੁਣ तक 28 ਲੋਕਾਂ ਦੀ मौत, ਮ੍ਰਿਤਕਾਂ 'ਚ ਜ਼ਿਆਦਾਤਰ ਬੱਚੇ। गेमिंग जोन ਦੇ ਮਾਲਕ ਤੇ मैनेजर गिरफ्तार। गुजरात सरकार ने SIT ਜਾਂਚ ਦੇ ਵੀ ਦਿੱਤੇ ਹੁਕਮ। राजधानी दिल्ली ਦੇ ਵਿੱਚ ਵੱਡਾ ਹਾਦਸਾ। विवेक विहार ਦੇ ਵਿੱਚ बेबी केयर सेंटर 'ਚ ਲੱਗੀ ਭਿਆਨਕ ਅੱਗ। 6 ਨਵਜੰਮੇ ਬੱਚਿਆਂ ਦੀ मौत, 6 ਦਾ ਇਲਾਜ ਜਾਰੀ। पंजाब ਦੇ ਵਿੱਚ ਆਖਰੀ ਦੌਰ ਤੇ ਚੋਣ ਪ੍ਰਚਾਰ। ਅੱਜ ਲੁਧਿਆਣਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਹੰਕਾਰ ਤਾਂ ਬਠਿੰਡਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪ੍ਰਚਾਰ। ਉੱਤਰਾਖੰਡ ਦੇ ਪੁਸ਼ਕਰ ਧਾਮੀ ਵੀ ਪਟਿਆਲਾ ਸੀਟ ਤੇ ਚੋਣ ਰੈਲੀ ਕਰਨ। ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਵੀ ਲਾਈ ਪੂਰੀ ਵਾਹ। ਅੱਜ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਪ੍ਰਿयंका ਗਾਂਧੀ ਦੀ ਚੋਣ ਰੈਲੀ। ਚੰਡੀਗੜ੍ਹ ਦੇ ਵਿੱਚ ਮਨੀਸ਼ ਤਿਵਾੜੀ ਲਈ ਜਟਾਉਣਗੇ ਸਮਰਥਨ। ਮਿਸ਼ਨ 13-0 ਦੇ ਲਈ ਆਮ ਆਦਮੀ ਪਾਰਟੀ ਨੇ ਪਖਾਈ ਚੋਣ ਮੁਹਿੰਮ। ਅੱਜ ਤੋਂ 30 ਮਈ ਤੱਕ ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ ਕੇਜਰੀਵਾਲ। ਫਿਰੋਜ਼ਪੁਰ, ਹੁਸ਼ਿਆਰਪੁਰ ਤੇ ਬਠਿੰਡਾ 'ਚ ਜਟਾਉਣਗੇ ਸਮਰਥਨ। ਸੁਖਬੀਰ ਬਾਦਲ ਅੱਜ ਗੁਰਦਾਸਪੁਰ ਸੀਟ ਤੇ ਕਰਨਗੇ ਪ੍ਰਚਾਰ। ਪਾਰਟੀ ਉਮੀਦਵਾਰ ਡਾਕਟਰ ਦਲਜੀਤ ਚੀਮਾ ਦੇ ਲਈ ਜਟਾਉਣਗੇ ਸਮਰਥਨ। ਸੁਖਬੀਰ ਸਿੰਘ ਬਾਦਲ ਦਾ ਵੱਡਾ ਐਕਸ਼ਨ। ਆਪਣੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ। ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਤੇ ਲਿਆ ਐਕਸ਼ਨ। ਸੰਗਰੂਰ ਤੋਂ ਆਪ ਉਮੀਦਵਾਰ ਨੀਤ ਹੇਅਰ ਦਾ MP ਬਾਨ ਤੇ ਨਿਸ਼ਾਨਾ। ਬੋਲੇ ਸਿਮਰਨਜੀਤ ਮਾਨ ਨੇ ਭਗਤ ਸਿੰਘ ਨੂੰ ਕਿਹਾ ਅੱਤਵਾਦੀ। 1.5 ਸਾਲ ਤੋਂ ਸੰਸਦ ਦੇ ਵਿੱਚ ਨਹੀਂ ਚੁੱਕਿਆ ਕੋਈ ਮੁੱਦਾ। ਪੰਜਾਬ ਹਰਿਆਣਾ ਦੇ ਵਿੱਚ ਗਰਮੀ ਦਾ ਕਹਿਰ ਜਾਰੀ। ਮੌਸਮ ਵਿਭਾਗ ਦੇ ਵੱਲੋਂ 6 ਰਾਜਾਂ ਦੇ ਵਿੱਚ ਲੂ ਦਾ ਰੈੱਡ ਅਲਰਟ। ਕਰੀਬ 45 ਡਿਗਰੀ ਤਾਪਮਾਨ ਦੇ ਨਾਲ ਬਠਿੰਡਾ ਰਿਹਾ ਸਭ ਤੋਂ ਗਰਮ। ਕੈਂਸ ਫਿਲਮ ਫੈਸਟੀਵਲ ਦੇ ਵਿੱਚ ਭਾਰਤ ਦੀ ਧੂਮ। ਭਾਰਤੀ ਡਾਇਰੈਕਟਰ ਪਾਇਲ ਕਪਾੜੀਆ ਨੂੰ ਮਿਲਿਆ ਗ੍ਰੈਂਡ ਪ੍ਰਿਕਸ। ਫੀਚਰ ਫਿਲਮ ਆਲ ਵੀ ਇਮੇਜਿਨ ਐਜ਼ ਲਾਈਟ ਲਈ ਮਿਲਿਆ ਅਵਾਰਡ। ਸਤਿ ਸ਼੍ਰੀ ਅਕਾਲ। ਇਸ ਵੇਲੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਇਸ ਵੇਲੇ ਦੀ ਵੱਡੀ ਖਬਰ ਤੋਂ। ਪੰਜਾਬ ਦੇ ਵਿੱਚ ਇਨਕਮ ਟੈਕਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ। ਰੇਡ ਕੀਤੀਆਂ ਜਾ ਰਹੀਆਂ ਨੇ। ਕੱਲ ਤੋਂ ਸੂਬੇ ਦੇ ਵਿੱਚ ਕਈ ਥਾਵਾਂ ਤੇ ਇਨਕਮ ਟੈਕਸ ਦੀਆਂ ਰੇਡ ਚੱਲ ਰਹੀਆਂ ਨੇ। ਸ਼ਰਾਬ ਕਾਰੋਬਾਰੀਆਂ ਦੇ ਸਣੇ ਕਈ ਠੇਕੇਦਾਰਾਂ ਤੇ ਰੇਡ ਕੀਤੀ ਜਾ ਰਹੀ ਹੈ। IT ਦੀ ਰੇਡ ਚੱਲ ਰਹੀ ਹੈ ਤਾਂ ਸਰਚ ਆਪਰੇਸ਼ਨ ਦੇ ਦੌਰਾਨ ਦੱਸ ਦਈਏ ਕਿ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਤਾਂ ਬਟਾਲਾ ਦੇ ਵਿੱਚ ਸ਼ਰਾਬ ਕਾਰੋਬਾਰੀ ਤੇ ਕਾਂਗਰਸ ਆਗੂ ਰਜਿੰਦਰ ਕੁਮਾਰ ਪੱਪੂ ਦੇ ਘਰ ਵੀ ਰੇਡ ਜਾਰੀ ਹੈ। ਤਾਂ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਦੇ ਘਰ ਵੀ ਰੇਡ ਚੱਲ ਰਹੀ ਹੈ ਔਰ ਕਾਂਗਰਸ ਨੇ ਇਨਕਮ ਟੈਕਸ ਦੀ ਰੇਡ ਤੇ ਸਵਾਲ ਚੁੱਕੇ ਨੇ। ਤਾਂ ਚੋਣਾਂ ਦੇ ਵਿਚਾਲੇ ਜਾਣਬੁੱਝ ਕੇ ਕਾਂਗਰਸ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ। ਤਾਂ ਸ਼ਰਾਬ ਕਾਰੋਬਾਰੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੇਡ ਹੋ ਰਹੀ ਹੈ ਔਰ ਕੱਲ ਤੋਂ ਹੀ ਇਹ ਰੇਡ ਚੱਲ ਰਹੀ ਹੈ। ਦੱਸ ਦਈਏ ਕਿ ਵੱਡਾ ਐਕਸ਼ਨ ਜਿਹੜਾ ਹੈ ਇਨਕਮ ਟੈਕਸ ਵਿਭਾਗ ਦਾ ਇਹ ਵੇਖਣ ਨੂੰ ਮਿਲ ਰਿਹਾ ਹੈ ਔਰ ਨਾਲ ਹੀ ਸਰਚ ਆਪਰੇਸ਼ਨ ਦੇ ਦੌਰਾਨ ਕਰੋੜਾਂ ਰੁਪਏ ਦੀ ਬਰਾਮਦਗੀ ਹੋਈ ਹੈ। ਕਰੋੜਾਂ ਰੁਪਏ ਦੀ ਨਕਦੀ ਜਿਹੜੀ ਹੈ ਉਹ ਬਰਾਮਦ ਹੋਈ ਹੈ। ਤਾਂ ਕੁੱਲ ਮਿਲਾ ਕੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ। ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਦੇ ਵੱਲੋਂ ਸਵਾਲ ਖੜਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਾਣਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ ਚੋਣਾਂ ਦੇ ਕਾਂਗਰਸ ਨੇ। ਤਾਂ ਉਹਨਾਂ ਦੇ ਘਰ ਵੀ ਰੇਡ ਚੱਲ ਰਹੀ ਹੈ ਔਰ ਬਕਾਇਦਾ ਉਸ ਨੂੰ ਲੈ ਕੇ ਜ਼ਿਆਦਾ ਸਵਾਲ ਖੜੇ ਕੀਤੇ ਗਏ ਨੇ ਸੁਖਜਿੰਦਰ ਰੰਧਾਵਾ ਦੇ। ਬੀਜੇਪੀ ਵਾਲਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਪੰਜਾਬੀ ਨਾ ਡਰੇ ਨੇ ਤੇ ਨਾ ਕਿਸੇ ਨੂੰ ਡਰਾਉਂਦੇ ਨੇ। ਸਾਡੇ ਮੇਅਰ ਦੇ ਉੱਤੇ ਇਹਨਾਂ ਨੇ ਜਿਹੜਾ ਰੇਡ ਕੀਤਾ, ਕਾਂਗਰਸ ਪਾਰਟੀ ਆਪਣੇ ਮੇਅਰ ਦੇ ਨਾਲ ਪੂਰੀ ਖੜੀ ਆ ਔਰ ਸਾਡਾ ਮੇਅਰ ਇਹੋ ਜਿਹਾ ਜਿਹਨੇ ਬਟਾਲੇ ਦੀ ਸੇਵਾ ਕੀਤੀ, ਬਟਾਲੇ ਦੀ ਨੁਹਾਰ ਬਦਲੀ ਔਰ ਇੱਥੋਂ ਤੱਕ ਕਿ ਜਿਹੜੇ ਟੈਂਡਰ ਹੋਏ ਜਿੰਨੇ ਵੀ, ਮੈਂ ਬਹੁਤ ਹੈਰਾਨ ਹੋਇਆ ਕਿ 25% ਲੈਸ ਤੇ ਟੈਂਡਰ ਹੁੰਦੇ ਰਹੇ ਨੇ, ਅਬਵ ਕੋਈ ਟੈਂਡਰ। ਤਾਂ ਇਹ ਜਿਹੜੇ ਬੁਖਲਾੜ 'ਚ ਆ ਗਏ ਨੇ। ਕੱਲ ਦੀ ਜਦੋਂ ਰੈਲੀ ਵੇਖੀ ਬਟਾਲੇ ਦੇ ਵਿੱਚੋਂ ਤੱਚੀਆਂ ਉਡਾ ਦਿੱਤੀਆਂ ਇਹਨਾਂ ਨੇ ਬੀਜੇਪੀ ਦੀਆਂ ਤੇ ਸ਼ਾਮ ਨੂੰ ਸਾਡੇ ਮੇਅਰ ਦੇ ਘਰ ਦੇ ਉੱਤੇ ਸਵੇਰੇ ਹੀ ਰੇਡ ਕਰ ਦਿੱਤਾ। ਇਹ ਨਾਦਰਸ਼ਾਹੀ ਹੁਕਮ ਇਹ ਕਦੀ ਨਹੀਂ ਚੱਲਣਗੇ। ਤੇ ਆ ਜਿਹੜੀ ED ਆ ਇਨਕਮ ਟੈਕਸ, ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਕੰਮ ਹੈ ਇਨਸਾਫ ਕਰਨਾ, ਕਿਸੇ ਦੇ ਤੋਤੇ ਨਾ ਬਣੋ। ਇਹ ਤੋਤੇ ਬਣ ਕੇ ਆਏ ਨੇ ਔਰ ਅਸੀਂ ਨਾਲ ਖੜੇ ਹਾਂ। ਅਸੀਂ ਤੇਜੇ ਦੇ ਨਾਲ ਖੜੇ ਹਾਂ, ਤੇਜੇ ਦੇ ਚਟਾਨ ਵਾਂਗ ਖੜੇ ਹਾਂ। ਉਹਦੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ। ਇਹ ਅਸੀਂ ਇਸ ਕਰਕੇ शंकर आनंद ने मेरे सहयोगी फोन लाइन थे। शंकर, क्या कुछ आपके पास जानकारी पंजाब में हो रही इनकम टैक्स की रेड को लेकर?
देखिए, इस वक्त में इनकम टैक्स डिपार्टमेंट के द्वारा एक बड़ी कार्रवाई को अंजाम दिया जा रहा है। पंजाब सहित कई अन्य लोकेशन पे कुल 20 से 22 लोकेशन ऐसा बताया जा रहा है जहां पर इस वक्त में सर्च ऑपरेशन की कार्रवाई को अंजाम दिया जा रहा है। और जिस तरह से सर्च ऑपरेशन की बात करें तो इस सर्च ऑपरेशन एक पूर्व मेयर, इसके साथ ही कई ऐसे जो प्राइवेट पर्सन हैं जिसमें कुछ ठेकेदार भी हैं, उनके यहाँ पर यह सर्च ऑपरेशन की कार्रवाई को अंजाम दिया जा रहा है। और इस सर्च ऑपरेशन के दौरान में कई महत्वपूर्ण जानकारियों के साथ साथ करोड़ रुपया की नकदी, ज्वेलरी, इसके साथ ही चल अचल संपत्तियों को जब्त किया गया है। और इस मामले में विस्तार से पूछताछ की जा रही है कि, और सबसे बड़ी बात है कि अभी चुनावी समय है, चुनावी वक्त में जिस तरह से करोड़ रुपए का मिलना, तो अभी इस मामले की भी आगे तफ्तीश हो रही है। क्या उन पैसों का चुनावी कनेक्शन तो नहीं है? क्या इस चुनाव के दौरान में उस पैसे का दुरुपयोग तो नहीं करना था, या उसे फंड के तौर पर कहीं बांटना या किसी को देना तो नहीं था? तो ये मामला भी अब तफ्तीश का है। इस मामले पर बाद में इनकम टैक्स के द्वारा इन्वेस्टिगेट किया जाएगा, तफ्तीश किया जाएगा। और जिस तरह से एक बड़े राजनेता का नाम भी सामने आ रहा है, लेकिन इस मामले में अभी इनकम टैक्स के द्वारा औपचारिक तौर पे कुछ भी जानकारी साझा नहीं की जा रही है। लेकिन मेरे सूत्र बताते हैं कि जिस तरह से प्राइवेट जो पर्सन्स हैं, जो ठेकेदार हैं, और इसके साथ ही जो एक पूर्व मेयर का नाम आ रहा है, तो उनके द्वारा जो जिस तरह से कनेक्शन ये निकल के सामने आ रहा है और जिस तरह से ये करोड़ रुपए की जब्ती हुई है, तो इस मामले में निश्चित तौर पे कह सकते हैं कि जांच एजेंसी इनकम टैक्स के द्वारा एक बड़ा खुलासा आज देर शाम तक कर सकती है। और इस मामले में औपचारिक तौर पर और पुष्टि की तमाम डिटेल्स का हम लोग इंतजार कर रहे हैं। लेकिन जिस तरह से पंजाब में चुनाव होना है, पंजाब में चुनाव चल रहा है, और उस चुनाव के दौरान में इस करोड़ रुपए की नकदी का होना और उसका मिलना अपने आप में कई तरह के सवाल खड़ा कर रहा है। और जिस तरह से अगर इस मामले में अगर बात करें तो एक राजनेता का नाम जिस तरह से सामने आ रहा है, क्योंकि उससे जुड़े हुए कई जो लोग हैं उनके खिलाफ ये कार्रवाई की गई है। तो अभी विस्तार से इस मामले में तफ्तीश का दायरा काफी आगे बढ़ने वाला है। और कह सकते हैं कि इस मामले में देर शाम तक इस मामले में औपचारिक तौर पर इनकम टैक्स के द्वारा ये बताया जा सकता है कि ये पैसा किसका है, किस तरह से इस पैसे को इकट्ठा किया गया था और इस पैसे को करना क्या था। तो इन तमाम मामलों पर विस्तार से इन्वेस्टिगेशन किया जा सकता है और इस मामले में जल्द ही कुछ बड़े खुलासे देखने को मिल सकता है। जी बिल्कुल, बहुत बहुत शुक्रिया शंकर तमाम जानकारी के लिए। और दावी बेहद अहम है जो सीधे मामला पंजाब दे नाल जुड़िया होवे। नितिन लुथरा बटाला तो मेरे सहयोगी फोन लाइन ते ने। नितिन की कुछ जानकारी तुहाडे कोल? कल तो ये जानकारी मिल रही है कि ये रेड चल रही है बटाला दे मेयर दे घर और नाल ही कांग्रेस दे वालों सवाल खड़े किए जा रहे ने, और कदों तक ये रेड जिहड़ी चल सकती है और की कुछ बरामदगी नूं लैके जानकारी? गुरजोत, कल इस सवेरे 5 ਤੋਂ ਲੈ ਕੇ 5:30 ਦੇ ਦਰਮਿਆਨ ਇੱਕੋ ਹੀ ਟਾਈਮ ਤੇ ਕਰੀਬ 7 ਥਾਵਾਂ ਤੇ ਰੇਡ ਹੁੰਦੀ ਹੈ, ਜਿਸ ਵਿੱਚ ਬਟਾਲਾ ਤੋਂ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੀਜਾ, ਵੱਡੇ ਕਾਰੋਬਾਰੀ ਰਜਿੰਦਰ ਪੱਪੂ ਜਿਹੜੇ ਕਿ ਰਜਿੰਦਰਾ ਵਾਈਨਸ ਦੇ ਮਾਲਕ ਨੇ, ਉਹ ਵੀ ਕਾਂਗਰਸੀ ਲੀਡਰ ਨੇ, ਔਰ ਉਹਨਾਂ ਦਾ ਬੇਟਾ ਸਰਗਰਮ ਹੈ ਬਟਾਲੇ ਦੀ ਕਾਂਗਰਸੀ ਰਾਜਨੀਤੀ ਦੇ ਵਿੱਚ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਰਜਿੰਦਰਾ ਵਾਈਨ ਦੇ ਜਿਹੜੇ ਮੈਨੇਜਰ ਨੇ, ਜਨਰਲ ਮੈਨੇਜਰ ਗੁਰਪ੍ਰੀਤ ਸਿੰਘ ਉੱਪਲ, ਉਹਨਾਂ ਦੇ ਘਰ ਔਰ ਇਹਨਾਂ ਦੇ ਨਾਲ ਲੱਗਦੇ ਜਿੰਨੇ ਵੀ ਇਹਨਾਂ ਦੇ ਪਾਰਟਨਰਸ ਜਾਂ ਰਿਸ਼ਤੇਦਾਰ ਨੇ, ਕੁੱਲ 7 ਲੋਕਾਂ ਦੇ ਘਰ ਰੇਡ ਜਿਹੜੀ ਆ ਇਨਕਮ ਟੈਕਸ ਦੀ ਹੋਈ ਦੱਸੀ ਗਈ ਹੈ। ਇਹ 27 ਤੋਂ 28 ਘੰਟੇ ਹੋ ਗਏ ਲਗਾਤਾਰ ਰੇਡ ਜਿਹੜੀ ਆ ਚੱਲ ਰਹੀ ਹੈ। ਕਿਸੇ ਨੂੰ ਵੀ ਨਾ ਤਾਂ ਘਰ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਗੁਰਜੋਤ, ਔਰ ਨਾ ਘਰ ਦੇ ਬਾਹਰ ਆਉਣ ਦਿੱਤਾ ਜਾ ਰਿਹਾ। ਅੰਦਰੋਂ ਕੀ ਮਿਲਿਆ ਜਾਂ ਕੀ ਨਹੀਂ ਮਿਲਿਆ, ਕਿਸ ਤਰ੍ਹਾਂ ਦੀ ਸਰਚ ਚੱਲੀ ਆ, ਜੋ ਸਾਡੇ ਸੂਤਰ ਨੇ ਫਿਲਹਾਲ ਇਹ ਦੱਸਦੇ ਨੇ ਕਿ ਕੁਝ ਜਿਨ੍ਹਾਂ ਦੇ ਘਰ ਰੇਡ ਹੋਈ ਸੀ ਉਹਨਾਂ ਨੂੰ ਘਰ ਦੇ ਬਾਹਰ ਉਹ ਆਪਣੇ ਅਧਿਕਾਰੀ ਜਿਹੜੇ ਰੇਡ ਕਰਨ ਆਏ ਨੇ ਉਹ ਗੇਟ ਤੱਕ ਜ਼ਰੂਰ ਆਏ ਨੇ, ਬਾਹਰ ਦੇਖ ਦੁੱਖ ਕੇ, ਔਰ ਦੁਬਾਰਾ ਅੰਦਰ ਉਹਨਾਂ ਨੂੰ ਸਵੇਰੇ ਲੈ ਗਏ ਨੇ, ਪਰ ਕਿਸੇ ਨੂੰ ਵੀ ਗੇਟ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਇਹ ਜੋ ਰੇਡ ਆ ਲੱਗਦਾ ਹੈ ਕਿ ਅੱਜ ਸ਼ਾਮ ਤੱਕ ਜ਼ਰੂਰ ਚੱਲੇਗੀ, ਔਰ ਕੀ ਮਿਲਦਾ ਹੈ ਜਾਂ ਕੀ ਨਹੀਂ ਇਹ ਤਾਂ ਅਧਿਕਾਰੀ ਜਾਂ ਫਿਰ ਜਿਨ੍ਹਾਂ ਦੇ ਘਰ ਰੇਡ ਹੋਈ ਹੈ ਉਹ ਪੁਸ਼ਟੀ ਕਰਨਗੇ ਜਦੋਂ ਰੇਡ ਖਤਮ ਹੁੰਦੀ ਹੈ। ਲੇਕਿਨ ਜੇ ਗੱਲ ਕੀਤੀ ਜਾਵੇ ਤਾਂ ਇਹ ਰੇਡ ਬੜੀ ਮਹੱਤਵਪੂਰਨ ਇਸ ਲਈ ਦੱਸੀ ਜਾ ਰਹੀ ਹੈ ਕਿਉਂਕਿ ਚੋਣਾਂ ਤੋਂ ਕੁਝ ਦਿਨ ਪਹਿਲਾਂ ਜਿਹੜੇ ਸਰਗਰਮ ਲੀਡਰ ਸਨ ਉਹਨਾਂ ਦੇ ਘਰ ਗੁਰਜੋਤ ਰੇਡ ਹੋਈ ਹੈ। ਜੀ ਗੁਰਜੋਤ, ठीक है, शुक्रिया बहुत बहुत नितिन तमाम जानकारी लिए, धन्यवाद है। तो 7 ਥਾਵਾਂ ਤੇ कल तो ये रेड चल रही है और काफी ज्यादा समा हो चुका है। इसको लेके सियासत भी पूरी तरह नाल मगी हुई है क्योंकि कांग्रेस इल्जाम लगा रही है कि जानबूझ के चोणां दे मद्देनजर अजिहा हो रहा है, पर जानकारी ये भी मिल रही है कि करोड़ां दी नकदी बरामद हुई।
ਅਗਲੀ ਖਬਰ ਮਹਾਰਾਸ਼ਟਰ ਤੋਂ ਹੈ। ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ ਆਈਟੀ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਕਾਰੋਬਾਰੀ ਦੇ ਟਿਕਾਣੇ ਤੋਂ 26 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਤਾਂ 90 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦੇ ਦਸਤਾਵੇਜ਼ ਮਿਲੇ ਨੇ ਔਰ 30 ਘੰਟੇ ਕਾਰੋਬਾਰੀ ਦੇ ਟਿਕਾਣੇ ਤੇ ਆਈਟੀ ਦੀ ਰੇਡ ਚੱਲੀ ਹੈ ਤਾਂ 26 ਕਰੋੜ ਰੁਪਏ ਗਿਣਨ ਦੇ ਲਈ ਕਰੀਬ 14 ਘੰਟੇ ਲੱਗੇ ਨੇ। ਫਰਨੀਚਰ ਦੇ ਅੰਦਰ ਛੁਪਾ ਕੇ 1 ਕਰੋੜ ਰੁਪਏ ਰੱਖੇ ਹੋਏ ਸੀ ਤਾਂ ਇਹ ਨੋਟਾਂ ਦੇ ਜਿਹੜੇ ਬੈਗ ਨੇ ਅਸੀਂ ਵੇਖ ਪਾ ਰਹੇ ਹਾਂ ਤਾਂ ਜਿਸ ਤਰੀਕੇ ਦੇ ਨਾਲ ਰਾਸ਼ਨ ਬੈਗ ਦੇ ਵਿੱਚ ਭਰਿਆ ਜਾਂਦਾ ਹੈ ਡਿਵਾਈਡ ਕਰ ਕਰਕੇ ਉਸੇ ਤਰੀਕੇ ਦੇ ਨਾਲ ਇਹ ਨੋਟ ਜਿਹੜੇ ਨੇ ਇਸ ਬੈਗ ਦੇ ਵਿੱਚ ਜਿਹੜੇ ਨੇ ਉਹ ਰੱਖੇ ਵੀ ਹੋਏ ਸੀ ਜਿਸ ਤੋਂ ਵਿੱਚੋਂ ਕੱਢੀਆਂ ਜਾ ਰਹੀਆਂ ਨੇ ਇਹ ਗੱਡੀਆਂ ਔਰ ਗੱਡੀਆਂ ਨੋਟਾਂ ਦੀਆਂ ਜਿਸ ਦੇ ਪਹਾੜ ਤੱਕ ਲਗਾ ਦਿੱਤੇ ਜਾ ਰਹੇ ਨੇ ਕਿਉਂਕਿ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਦੋਂ 14 ਘੰਟੇ ਰਕਮ ਗਿਣਨ ਦੇ ਵਿੱਚ ਲੱਗੇ ਹੋਣ ਉਹ ਵੀ ਮਸ਼ੀਨ ਦੇ ਨਾਲ ਤਾਂ 26 ਕਰੋੜ ਰੁਪਏ ਗਿਣਨ ਦੇ ਲਈ ਇਹ ਕਰੀਬ 14 ਘੰਟੇ ਲੱਗੇ ਨੇ। ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਸੁਭਾਵਿਕ ਤੌਰ ਤੇ ਜਦੋਂ ਚੋਣਾਂ ਹੋ ਰਹੀਆਂ ਨੇ ਜਦੋਂ ਨਤੀਜੇ ਅਜੇ ਆਉਣੇ ਨੇ ਬਾਕੀ ਤਾਂ ਉਸ ਤੋਂ ਪਹਿਲਾਂ ਇਹ ਵੱਡੀ ਕਾਰਵਾਈ ਆਈਟੀ ਤਾਂ ਪੰਜਾਬ ਦੇ ਵਿੱਚ ਅੱਜ ਸਿਆਸਤ ਦਾ ਅੱਜ ਲੁਧਿਆਣਾ ਦੇ ਵਿੱਚ ਹੰਕਾਰ ਭਰਨਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਰਹੇ ਨੇ। ਰਵਨੀਤ ਬਿੱਟੂ ਦੇ ਹੱਕ 'ਚ ਚੋਣ ਰੈਲੀ ਕਰਨਗੇ। ਫਤਿਹਗੜ੍ਹ ਸਾਹਿਬ ਤੇ ਬਠਿੰਡਾ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚ ਰਹੇ ਨੇ। ਗੇਜਾ ਰਾਮ ਵਾਲਮੀਕੀ ਤੇ ਪਰਪਾਲ ਕੌਰ ਦੇ ਹਰਿਆਣੇ ਵੀ ਪੰਜਾਬ ਆ ਰਹੇ ਨੇ ਤਾਂ ਪਟਿਆਲਾ ਫਤਿਹਗੜ੍ਹ ਸਾਹਿਬ ਔਰ ਚੰਡੀਗੜ੍ਹ ਦੇ ਇਹਨਾਂ ਹਲਕਿਆਂ ਦੇ ਵਿੱਚ ਪ੍ਰਚਾਰ ਕੀਤਾ ਜਾਏਗਾ। ਪ੍ਰਿਯੰਕਾ ਗਾਂਧੀ ਚੰਡੀਗੜ੍ਹ 'ਚ ਮਨੀਸ਼ ਤਿਵਾੜੀ ਦੇ ਲਈ ਸਮਰਥਨ ਜੁਟਾਉਣਗੇ। ਪਟਿਆਲਾ ਦੇ ਵਿੱਚ ਡਾਕਟਰ ਗਾਂਧੀ ਅਤੇ ਫਤਿਹਗੜ੍ਹ ਸਾਹਿਬ 'ਚ ਡਾਕਟਰ ਅਮਰ ਸਿੰਘ ਦੇ ਹੱਕ 'ਚ ਪ੍ਰਚਾਰ ਕਰਨਗੇ। ਕੇਜਰੀਵਾਲ ਵੀ ਅੱਜ ਤੋਂ 30 ਮਈ ਤੱਕ ਪੰਜਾਬ ਦੇ ਦੌਰੇ ਤੇ ਰਹਿਣਗੇ। ਫਿਰੋਜ਼ਪੁਰ ਦੇ ਵਿੱਚ ਆ ਰਹੇ ਨੇ ਟਾਊਨ ਹਾਲ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਔਰ ਬਠਿੰਡਾ 'ਚ ਵੀ ਰੋਡ ਸ਼ੋ ਹੋਏਗਾ। ਮੁੱਖ ਮੰਤਰੀ ਭਗਵੰਤ ਮਾਨ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ ਤਾਂ ਸਿਆਸਤ ਦਾ ਸੁਪਰ ਸੰਡੇ ਹੈ ਕਿਉਂਕਿ ਬਿਲਕੁਲ ਆਖਰੀ ਦੌਰ ਚੱਲ ਰਿਹਾ ਹੈ ਚੋਣਾਂ ਦੇ ਪ੍ਰਚਾਰ ਨੂੰ ਲੈ ਕੇ। 1 ਜੂਨ ਨੂੰ VOTING ਹੋਏਗੀ ਔਰ 4 ਜੂਨ ਨੂੰ ਨਤੀਜੇ ਆਉਣਗੇ। ਰਾਜਸਥਾਨ ਦਾ ਰੁਖ ਕਰਦੇ ਹਾਂ ਜਿੱਥੋਂ ਦੇ ਸੀਐਮ ਭਜਨ ਲਾਲ ਨੇ ਹੰਸਰਾਜ ਹੰਸ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਹੈ ਤਾਂ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਪਹੁੰਚੇ ਜਿੱਥੇ ਚੋਣ ਰੈਲੀ ਕੀਤੀ ਗਈ। ਕਿਸਾਨਾਂ ਦੇ ਬਾਰੇ ਜਦੋਂ ਸਵਾਲ ਕੀਤਾ ਗਿਆ ਹੰਸਰਾਜ ਹੰਸ ਨੂੰ ਤਾਂ ਫਿਰ ਉਹਨਾਂ ਨੇ ਗੀਤ ਸੁਣਾਇਆ ਹੈ ਔਰ ਜਨ ਸਭਾ ਨੂੰ ਸੰਬੋਧਨ ਦੇ ਦੌਰਾਨ ਹੰਸਰਾਜ ਹੰਸ ਦਾ ਦਰਦ ਦੱਸਦੀ ਕਿ ਛਲਕਿਆ ਸੀ ਔਰ ਕਿਸਾਨਾਂ ਦੇ ਵੱਲੋਂ ਕਾਫਲੇ ਤੇ ਹਮਲਾ ਕਰਨ ਦੀ ਉਹਨਾਂ ਨੇ ਗੱਲ ਕੀਤੀ ਜਿਸ ਤੋਂ ਬਾਅਦ ਜਵਾਬ ਗੀਤ ਦੇ ਨਾਲ ਦਿੰਦੇ ਹੋਏ ਨਜ਼ਰ ਆਏ। ਮੈਨੂੰ ਸਮਝਾਉਣਾ ਸੀ ਆਪ ਹੀ ਉੱਠ ਚੱਲੇ ਜਗ ਵੇਖਦਾ ਤਮਾਸ਼ਾ ਵੇਖਦਾ ਤਮਾਸ਼ਾ ਗੱਲ ਲਾਓ ਜੇ ਆਪਾਂ ਦੋਵੇਂ ਰੁੱਸੀ ਬੈਠੇ ਤਾਂ ਮਨਾਉ ਕੌਣ ਵੇ ਮਨਾਉ ਕੌਣ ਵੇ। ਅੱਗੇ ਵਧਾਂਗੇ ਤਾਂ ਕੈਰੋ ਨੂੰ ਪਾਰਟੀ ਦੇ ਵਿੱਚੋਂ ਕੱਢਣ ਤੇ ਵਿਰਸਾ ਸਿੰਘ ਵਲਟੋਹਾ ਦਾ ਵੱਡਾ ਬਿਆਨ ਆਇਆ। ਆਦੇਸ਼ ਪ੍ਰਤਾਪ ਸਿੰਘ ਕੈਰੋ ਮੇਰੇ ਖਿਲਾਫ ਬਿਆਨਬਾਜ਼ੀ ਕਰ ਰਹੇ ਸੀ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਹਲਕੇ ਦੇ ਵਿੱਚ ਕਹਿ ਰਹੇ ਸੀ ਕਿ ਵਲਟੋਹਾ ਨੂੰ ਵੋਟ ਨਾ ਪਾਓ ਤਾਂ ਸੁਖਬੀਰ ਬਾਦਲ ਨੇ ਸਾਬਤ ਕੀਤਾ ਉਹਨਾਂ ਦੇ ਲਈ ਪਰਿਵਾਰ ਤੋਂ ਉੱਚੀ ਪਾਰਟੀ ਹੈ। ਪਾਰਟੀ ਦੇ ਵਿੱਚ ਅਨੁਸ਼ਾਸਨ ਹੀ ਸਭ ਕੁਝ ਹੈ। ਵਲਟੋਹਾ ਨੇ ਕਿਹਾ ਕੈਰੋ ਦੇ ਨਾਲ ਅਜਿਹਾ ਰਿਸ਼ਤਾ ਸੀ ਕਿ ਫੈਸਲਾ ਲੈਣਾ ਕਾਫੀ ਔਖਾ ਸੀ। ਵਲਟੋਹਾ ਦੀ ਸ਼ਿਕਾਇਤ ਤੇ ਅਕਾਲੀ ਦਲ ਨੇ ਦੱਸਦੇ ਕਿ ਐਕਸ਼ਨ ਲਿਆ ਹੈ। ਕੱਲ੍ਹ ਸੁਖਬੀਰ ਬਾਦਲ ਨੇ ਕੈਰੋ ਨੂੰ ਪਾਰਟੀ ਚੋਂ ਬਾਹਰ ਕੱਢਿਆ। ਸੁਖਬੀਰ ਬਾਦਲ ਦੇ ਜੀਜਾ ਨੇ ਆਦੇਸ਼ ਪ੍ਰਤਾਪ ਕੈਰੋ ਇਸ ਤੋਂ ਇਲਾਵਾ 4 ਵਾਰ ਵਿਧਾਇਕ ਰਹੇ ਨੇ ਮੰਤਰੀ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਪਰ ਵਿਰਸਾ ਸਿੰਘ ਵਲਟੋਹਾ ਦਾ ਇਹ ਵੱਡਾ ਬਿਆਨ ਆਇਆ। ਉਹਨਾਂ ਨੇ ਇਹ ਕਿਹਾ ਹੈ ਕਿ ਉਹ ਮੇਰੇ ਖਿਲਾਫ ਪ੍ਰਚਾਰ ਕਰ ਰਹੇ ਸੀ। ਤਾਂ ਵਿਰਸਾ ਸਿੰਘ ਵਲਟੋਹਾ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਕਿ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ ਜਿਸ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੈ ਔਰ ਖੁਦ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ। ਦੱਸਦੇ ਕਿ ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਪੰਥਕ ਸੀਟ ਤੋਂ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਇੱਥੇ 5 ਕੂੜਾ ਮੁਕਾਬਲਾ ਹੈ। ਇੱਥੇ ਆਮ ਆਦਮੀ ਪਾਰਟੀ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੋਂ ਇਲਾਵਾ ਅੰਮ੍ਰਿਤਪਾਲ ਵੀ ਚੋਣ ਮੈਦਾਨ ਦੇ ਵਿੱਚ ਹੈ ਤਾਂ ਲਗਾਤਾਰ ਸਾਰੀਆਂ ਪਾਰਟੀਆਂ ਦਾ ਹਰ ਇੱਕ ਸੀਟ ਤੇ ਪੂਰਾ ਜ਼ੋਰ ਲੱਗਿਆ ਹੋਇਆ ਹੈ ਤੇ ਅਜਿਹੇ ਦੇ ਵਿੱਚ ਜੇਕਰ ਬਿਆਨਬਾਜ਼ੀ ਹੋ ਰਹੀ ਸੀ ਤਾਂ ਉਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ ਔਰ ਦੂਸਰੇ ਪਾਸੇ ਰਿਸ਼ਤਾ ਜਿਹੜਾ ਹੈ ਬੇਹੱਦ ਅਹਿਮ ਹੈ। ਸੁਖਬੀਰ ਬਾਦਲ ਦੇ ਜੀਜਾ ਨੇ ਔਰ 4 ਵਾਰ ਪੱਟੀ ਤੋਂ ਵਿਧਾਇਕ ਰਹੇ ਨੇ ਮੰਤਰੀ ਰਹੇ ਨੇ ਸੁਭਾਵਿਕ ਤੌਰ ਤੇ ਇੱਕ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ
ਨਾਲ ਹੀ ਦੂਸਰਾ ਇੱਕ ਰਿਸ਼ਤਾ ਜੀਜਾ। ਤਾਂ ਦੂਸਰੇ ਪਾਸੇ ਵਿਰਸਾ ਸਿੰਘ ਵਟੋਹਾ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਦੇ ਪਰਿਵਾਰ ਦੇ ਨਾਲੋਂ ਜਿਹੜੀ ਪਾਰਟੀ ਹੈ ਉਹ ਸਭ ਤੋਂ ਉੱਪਰ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਇਲਜ਼ਾਮ ਜਿਹੜੇ ਨੇ ਲਗਾਏ ਨੇ ਕਿ ਮੇਰੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਸੀ, ਮੇਰੇ ਖਿਲਾਫ ਕਹਿ ਰਹੇ ਸੀ ਕਿ ਵੋਟ ਨਾ ਪਾਓ ਵਿਰਸਾ ਸਿੰਘ ਵਟੋਹਾ ਨੂੰ। ਤਾਂ ਜਿਸ ਦੇ ਕਰਕੇ ਇਹ ਕਾਰਵਾਈ ਹੋਈ ਹੈ। ਆਦੇਸ਼ ਪ੍ਰਤਾਪ ਕੈਰੋਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ।